ਵਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਅਖੀਰਲੇ ਸੈਗਮੈਂਟ ਦੇ ਵਿੱਚ ਜਦੋਂ ਅਸੀਂ ਵੱਖਰੇ ਰਾਜ ਦੀ ਖਾਲਿਸਤਾਨ ਦੀ ਗੱਲ ਕਰਦੇ ਹਾਂ ਅਤੇ ਇਸ ਵਕਤ ਚੋਣਾਂ ਦੇ ਦੌਰਾਨ ਅਸੀਂ ਗੱਲ ਕਰ ਰਹੇ ਹਾਂ ਅਤੇ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਇਸ ਸ਼ੋਅ ਦੀ ਸ਼ੁਰੂਆਤ ਦੇ ਵਿੱਚ, ਜਿਹੜਾ ਇੱਕ ਮੁੱਢਲਾ ਸਵਾਲ ਹੁੰਦਾ ਵੀ ਖਾਲਿਸਤਾਨ ਦੀ ਜਿਹੜੀ ਕਾਇਮੀ ਹੈ, ਕੀ ਉਹ ਭਾਰਤੀ ਨਿਆਂ ਪ੍ਰਣਾਲੀ ਜਾਂ ਜਿਹੜੀ ਚੋਣ ਪ੍ਰਣਾਲੀ ਹੈਗੀ ਹੈ ਉਸ ਦੇ ਰਾਹੀਂ ਮੁਕੰਮਲ ਹੋ ਸਕਦੀ ਹੈ? ਇਹ ਇੱਕ ਮੁੱਢਲਾ ਸਵਾਲ ਹੈ। ਇਹਦੇ ਵਿੱਚ ਦੋਵੇਂ ਪਾਸੇ ਦੇ ਜਿਹੜੇ ਥਾਟਸ ਹੈਗੇ ਆ ਉਹ ਗਰਾਊਂਡ ਦੇ ਉੱਤੇ ਐਗਜ਼ਿਸਟ ਕਰਦੇ ਆ। ਪਿਛਲੇ ਸਮੇਂ ਦੇ ਵਿੱਚ ਵੀ ਉਹ ਹੁੰਦਾ। ਸੋ ਇਹਨੂੰ ਜਿਹੜਾ ਇੱਕ ਬੁਨਿਆਦੀ ਜਿਹਾ ਸਵਾਲ ਹੈ, ਇਹਨੂੰ ਪਿਛੋਕੜ ਦੇ ਵਿੱਚ ਰੱਖਦੇ ਹਾਂ, ਕਿਉਂਕਿ ਜਿਹੜਾ ਪਿਛਲਾ ਅਜੋਕਾ ਸਿੱਖ ਸੰਘਰਸ਼ 'ਚ ਅਸੀਂ 1984 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਦੇਖੀਏ, ਇਹਦੇ ਵਿੱਚ ਹੀ ਇੰਨਾ ਕੁਝ ਪਿਆ ਆ ਇਹਦੇ ਵਿੱਚ ਦੇਖਣ ਦੇ ਲਈ ਜਾਂ ਸਮਝਣ ਦੇ ਲਈ ਕਿ ਅਸੀਂ ਅਗਾਂਹ ਨੂੰ ਸੇਧ ਲੈ ਕੇ ਵੱਧ ਸਕੀਏ। ਦੇਖੋ, ਤੁਸੀਂ ਬੜਾ ਮੌਲਿਕ ਸਵਾਲ ਪੁੱਛਿਆ, ਕਿਉਂਕਿ ਇਹ ਸਵਾਲ ਅਕਸਰ ਇੱਥੋਂ ਸ਼ੁਰੂ ਹੋ ਜਾਂਦਾ ਹੈ ਕਿ ਜੇ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ ਤੇ ਫਿਰ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੀ ਕਮਾਂਡ ਥੱਲੇ 1950 ਤੋਂ ਚੋਣਾਂ ਦਾ ਹਿੱਸਾ ਕਿਉਂ ਬਣਦਾ ਰਿਹਾ। ਇਕੱਲਾ ਉਹ ਚੋਣਾਂ ਦਾ ਹਿੱਸਾ ਹੀ ਨਹੀਂ ਬਣਿਆ, ਸਗੋਂ ਜਿਹੜਾ ਇੱਕ ਨੁਮਾਇੰਦਾ ਦਸਤਖਤ ਨਾ ਕਰਨ ਵਾਲਾ ਹੁਕਮ ਸਿੰਘ ਸੀ, ਉਹ ਇਕੱਲਾ MP ਨਹੀਂ ਬਣਿਆ, ਉਹ ਸਪੀਕਰ ਇੰਡੀਅਨ ਪਾਰਲੀਮੈਂਟ ਵੀ ਸੀ ਜੀ। ਸੋ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਤਾਂ ਜ਼ਾਹਰ ਹੈ ਕਿ ਵੀ ਉਸ ਪੀਰੀਅਡ ਦੀ ਲੀਡਰਸ਼ਿਪ ਨੇ ਇਹ ਡਿਸੀਜਨ ਲਿਆ ਵੀ ਭਾਵੇਂ ਸਿੰਬੋਲਿਕਲੀ ਅਸੀਂ ਸੰਵਿਧਾਨ ਨੂੰ ਰਿਜੈਕਟ ਕਰ ਦਿੱਤਾ ਹੈ, ਪਰ ਸਾਡੇ ਲਈ ਫਿਰ ਵੀ ਇਹ ਬਿਹਤਰ ਹੈ ਕਿ ਅਸੀਂ ਕੌਮੀ ਨੁਮਾਇੰਦਗੀ ਜਿਹੜੀ ਹੈ ਉਹ ਕਰੀਏ, ਪਾਰਲੀਮੈਂਟ ਦੇ ਵਿੱਚ ਵੀ ਔਰ ਅਸੈਂਬਲੀਆਂ ਦੇ ਵਿੱਚ ਵੀ। ਇਹੀ ਕਾਰਨ ਸੀ ਕਿ ਬਾਈਕਾਟ ਲਾਈਨ ਚੋਣਾਂ ਦੀ ਇੱਕ ਦੋ ਮੌਕਿਆਂ ਦੇ ਉੱਤੇ ਆਈ, ਜਦੋਂ ਕਿ ਅਸੀਂ ਧਰਮਯੁੱਧ ਮੋਰਚੇ ਦੇ ਵੇਲੇ ਦੇਖਦੇ ਹਾਂ ਕਿ ਜਿਹੜੇ ਇਲੈਕਟਿਡ ਨੁਮਾਇੰਦੇ ਸੀ, ਭਾਵੇਂ ਰਾਜ ਸਭਾ ਮੈਂਬਰ ਸੀ ਜਾਂ ਪਾਰਲੀਮੈਂਟ ਦੇ ਮੈਂਬਰ ਸੀ, ਉਹਨਾਂ ਨੇ ਅਕਾਲੀ ਦਲ ਨੇ, ਜਿਵੇਂ ਬੀਬੀ ਰਜਿੰਦਰ ਕੌਰ, ਉਹਨਾਂ ਨੇ ਅਸਤੀਫੇ ਦਿੱਤੇ ਸੀ। ਇਹ ਧਰਮਯੁੱਧ ਮੋਰਚੇ ਦੇ ਵੇਲੇ ਦਾ ਫੈਸਲਾ ਸੀ। ਜੇ ਅਸੀਂ ਪੰਥਕ ਰਾਜਨੀਤੀ ਇਸ ਤੋਂ ਹਟਵੀਂ ਵੀ ਸਿੱਖ ਧਿਰਾਂ ਦੀ ਗੱਲ ਕਰੀਏ ਤੇ ਬੇਸ਼ੱਕ ਸਰ ਕਪੂਰ ਸਿੰਘ, ਜਿਨ੍ਹਾਂ ਨੇ ਖੁਦ ਵੀ ਸਫ਼ਰ ਕੀਤਾ ਇਸ ਸਾਰੇ 'ਚੋਂ, ਆਪਣਾ ਅਹੁਦਾ ਵੀ ਗਵਾਇਆ, ਇਲੈਕਸ਼ਨ ਦਾ ਹਿੱਸਾ ਵੀ ਬਣੇ ਔਰ 1962 ਤੋਂ 1977 ਤੱਕ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਰਹੇ। ਜਦੋਂ ਅਸੀਂ ਕੋਟ ਕਰਦੇ, ਫਿਰ ਪੰਜਾਬ ਅਸੈਂਬਲੀ ਦੇ ਵਿੱਚ ਵੀ ਉਹ ਸਮਰਾਲੇ ਤੋਂ MLA ਬਣੇ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਜੇ ਅਸੀਂ ਜੂਨ 84 ਤੱਕ ਸਾਰੇ ਹੀ ਪਾਸਿਆਂ ਤੋਂ ਆਈਏ, ਪੰਜਾਬੀ ਸੂਬਾ ਬਣਾਉਣ ਦਾ ਬਿੱਲ ਜਦੋਂ ਪਾਰਲੀਮੈਂਟ 'ਚ ਪੇਸ਼ ਹੋਇਆ, ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨੇ ਜਿਹੜੀ ਉਹਨਾਂ ਦੀ ਸਪੀਚ ਹੈ ਅਸੀਂ ਅੱਜ ਵੀ ਕੋਟ ਕਰਦੇ, ਪਰ ਉਹ ਕੋਈ ਅਸਰਅੰਦਾਜ਼ ਤਾਂ ਨਹੀਂ ਹੋਈ, ਰਿਕਾਰਡ ਦੀ ਖਾਤਰ ਤਾਂ ਰਹੀ। ਉਹਨਾਂ ਨੇ ਗੰਦਾ ਅੰਡਾ ਵੀ ਕਿਹਾ ਇਹਨੂੰ, ਜਿਹੜਾ ਬਿੱਲ ਸੀ, ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਬਿੱਲ ਲਿਆਂਦਾ ਗਿਆ। ਪਰ ਔਰ ਇਹੀ ਪਾਰਟ ਜੇ ਅਸੀਂ ਅੱਜ ਜਿਹੜੇ ਸਰ ਸਿਮਰਨਜੀਤ ਸਿੰਘ ਮਾਨ ਆਲਰੇਡੀ 2 ਵਾਰ ਪਾਰਲੀਮੈਂਟ 'ਚ ਜਿਹੜਾ ਉਹ ਰਿਪਰੈਜ਼ੈਂਟ ਕਰ ਚੁੱਕੇ ਨੇ, ਤੇ ਇੱਕ ਵਾਰ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ, ਹੁਣ ਅਗਲੀ ਵਾਰ ਜਾ ਰਹੇ ਨੇ। ਅਸੀਂ ਉਹਨਾਂ ਦੇ ਵੀ ਦੇਖਦੇ ਹਾਂ ਵੀ ਉਹਨਾਂ ਨੇ ਹਰ ਮੁੱਦੇ ਦੇ ਉੱਤੇ, ਉਹ ਸਿੱਖਾਂ ਦੀ ਆਜ਼ਾਦੀ ਦਾ ਹੋਏ, ਦਲਿਤਾਂ ਦਾ ਹੋਏ, ਬਾਬਰੀ ਮਸਜਿਦ ਦਾ ਹੋਏ, ਟਰਾਈਬਲਸ ਦੇ ਹੱਕਾਂ ਦਾ ਹੋਏ, ਉਹਨਾਂ ਨੇ ਆਵਾਜ਼ ਚੁੱਕੀ। ਬਹੁਤੇ ਸੁਣ ਵੀ ਨਹੀਂ ਰਹੇ ਹੁੰਦੇ ਜਾਂ ਵਕਤ ਵੀ ਨਹੀਂ ਦੇ ਰਹੇ ਹੁੰਦੇ, ਫਿਰ ਵੀ ਉਹ ਫੋਰਸਫੁਲੀ ਕਰਦੇ ਨੇ। ਲੇਕਿਨ ਵਿਦ ਵਾਟ ਰਿਜ਼ਲਟ? ਫਿਰ ਅਸੀਂ ਜੇ ਕਲੈਕਟਿਵਲੀ ਦੇਖੀਏ ਕਿ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਫਾਈਨਲ ਡਾਕੂਮੈਂਟ ਸੀ, ਜਿਹੜਾ ਇਸ ਗੱਲ ਦੀ ਗਾਰੰਟੀ ਸੀ ਕਿ ਜੇ ਭਾਰਤ ਦੇ ਵਿੱਚ ਟਰੂਲੀ ਫੈਡਰਲ ਸਿਸਟਮ ਆ ਜਾਏ, ਪੰਜਾਬ ਆਟੋਨੋਮਸ ਰੀਜਨ ਜਿਹਦੇ ਥੱਲੇ 3-4 ਮਹਿਕਮੇ, ਸੈਂਟਰ, ਡਿਫੈਂਸ, ਫੋਰਨ ਅਫੇਅਰਸ, ਕਮਿਊਨੀਕੇਸ਼ਨ, ਕਰੰਸੀ ਆਪਣੇ ਕੋਲ ਰੱਖੇ, ਬਾਕੀ ਸੂਬੇ ਆਟੋਨੋਮਸ ਹੋਣ, ਤਾਂ ਕਿ ਸਿੱਖਾਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ, ਲਿੰਗੁਇਸਟਿਕ ਜਿਹੜੇ ਆਸਪੈਕਟ ਨੇ ਉਹ ਪ੍ਰਵਾਨ ਚੜ੍ਹ ਸਕਣ ਜਾਂ ਪ੍ਰਫੁੱਲਤ ਹੋ ਸਕਣ। ਔਰ ਧਰਮਯੁੱਧ ਮੋਰਚੇ ਦਾ ਬੇਸ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ। ਔਰ ਜਿਹੜੇ ਅਲਫਾਜ਼ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਅਕਸਰ ਕੋਟ ਕਰਦੇ ਹਾਂ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ।
ਸੋ ਜ਼ਾਹਰ ਹੈ ਵੀ ਸਾਡੇ ਲਈ, ਕਿਉਂਕਿ ਮੈਂ ਉਸ ਧਿਰ ਨੂੰ ਹੀ ਰਿਪਰੈਜ਼ੈਂਟ ਕੀਤਾ ਹੈ ਜੂਨ 84 ਚ ਤੋਂ ਬਾਅਦ, ਜਿਹਨੇ 5 ਮੈਂਬਰੀ ਪੰਥਕ ਕਮੇਟੀ ਔਰ ਖਾਲਿਸਤਾਨ ਦਾ ਐਲਾਨਨਾਮਾ ਔਰ ਇੱਥੇ ਹੁੰਦਿਆਂ ਐਜ਼ ਏ ਖਾਲਿਸਤਾਨ ਦੇ ਸਪੋਕਸਪਰਸਨ। ਸੋ ਅਸੀਂ ਤਾਂ 40 ਵਰੇ ਪਹਿਲਾਂ ਇਹ ਫਾਈਨਲ ਕਨਸਟੀਟਿਊਸ਼ਨ ਨੂੰ ਪਾੜ ਕੇ ਸੁੱਟ ਦਿੱਤਾ ਸੀ। ਹਾਲਾਂਕਿ ਉਸ ਤੋਂ ਪਹਿਲਾਂ ਵੀ ਦਸਤਖਤ ਤਾਂ ਨਹੀਂ ਸੀ ਕੀਤੇ ਹੋਏ, ਸਾਡੀ ਕੋਈ ਆਸਥਾ ਦਾ ਚਿੰਨ੍ਹ ਤਾਂ ਹੈ ਨਹੀਂ ਸੀ, ਸਾਡੇ ਲਈ ਉਹ ਕੋਈ ਬਾਇਸ ਡਾਕੂਮੈਂਟ ਨਹੀਂ ਸੀ। ਪਰ ਇਹਦੇ ਬਾਵਜੂਦ ਹੋਪਿੰਗ ਅਗੇਂਸਟ ਹੋਪ ਕਿ ਜੇ ਇੰਡੀਅਨ ਸਿਸਟਮ, ਜੇ 1950 ਵਾਲੀ ਕਾਂਗਰਸ ਦੀ ਲੀਡਰਸ਼ਿਪ, ਨਹਿਰੂ, ਪਟੇਲ ਔਰ ਦੂਸਰਿਆਂ ਨੇ ਬਦਮਾਸ਼ੀ ਕੀਤੀ ਹੈ ਤੇ ਸ਼ਾਇਦ ਕੋਈ ਨਿਆਂ ਸੰਗਤ ਗੱਲ ਕਰਨ ਵਾਲੀ ਧਿਰ ਆਏ, ਉਹ ਕਹੇ ਕਿ ਜੀ ਇਹ ਤਾਂ ਕੌਮ ਤਾਜ ਹੈ ਇਸ ਮੁਲਕ ਦਾ, ਇਹਨਾਂ ਨੂੰ ਅਕਮੋਡੇਟ ਕਰੋ, ਦਿਓ ਇਹਨਾਂ ਨੂੰ, ਬਾਕੀਆਂ ਨੂੰ ਵੀ ਦਿਓ, ਮੁਲਕ ਮਜ਼ਬੂਤ ਹੁੰਦਾ ਹੈ। ਪਰ ਜੇ ਉਹਨਾਂ ਨੇ ਸਾਡੇ ਖਿਲਾਫ ਸਰਵਨਾਸ਼ ਦੀ ਜੰਗ ਐਲਾਨ ਦਿੱਤੀ, ਟੋਟਲ ਵਾਰ, ਉਸ ਤੋਂ ਬਾਅਦ ਉਸ ਸਿਸਟਮ ਨਾਲ ਸਾਡਾ ਤਾਂ ਕੋਈ ਤਾਲੁਕ ਨਹੀਂ ਹੈ। ਇਹੀ ਕਾਰਨ ਹੈ ਬਹੁਤ ਵਾਰ ਅੱਜ ਵੀ, ਜਦੋਂ ਹੁਣ ਵੀ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਭਾਵੇਂ ਦਬੀ ਜਿਹੀ ਡਿਬੇਟ ਹੀ ਸੀ ਕਿ ਜੀ ਅੰਮ੍ਰਿਤਪਾਲ ਸਿੰਘ ਚੋਣਾਂ 'ਚ ਕਿਵੇਂ ਖੜ ਗਿਆ, ਜਾਂ ਮਾਨ ਸਾਹਿਬ ਨੇ ਅੱਗੇ ਕੀ ਖੱਟ ਲਿਆ, ਜਾਂ ਕੀ ਹੈ ਕੀ ਨਹੀਂ। ਹਾਲਾਂਕਿ ਹੁਣ ਇਸ ਕਿਸਮ ਦਾ ਨਹੀਂ ਹੈ ਕਿ ਵੀ ਕਿਸੇ ਨੇ ਕੋਈ ਬਾਈਕਾਟ ਦੀ ਕੋਈ ਮੁਹਿੰਮ ਚਲਾਈ ਹੋਏ, ਜਿਵੇਂ 91 'ਚ ਚਲਾਈ ਜਾਂ 92 'ਚ ਚਲਾਈ, ਜਿਹਦੇ ਨੂੰ ਲੈ ਕੇ ਕਈ ਵਾਰ ਇਹ ਕਿਹਾ ਵੀ ਜਾਂਦਾ ਜੀ ਉਦੋਂ ਬਣ ਜਾਂਦੀ ਆਪਣੀ ਤੇ ਫਿਰ ਪਾਸ ਕਰ ਦਿੰਦੇ ਜੋ ਦੂਜੇ। ਔਰ ਮੈਂ ਪਿਛਲੇ ਦਿਨਾਂ 'ਚ ਰਾਜੀਵ ਗਾਂਧੀ ਦਾ ਲਾਸਟ ਇੰਟਰਵਿਊ ਜਿਹੜਾ ਉਹਨੇ ਬਾਰਬਰਾ ਕ੍ਰਾਸੈਟ ਔਰ ਇੱਕ ਹੋਰ ਰਿਪੋਰਟਰ ਨੂੰ ਦਿੱਤਾ, ਉਸ ਤੋਂ ਬਾਅਦ ਜਿਸ ਤੋਂ ਬਾਅਦ ਉਸ ਦਾ ਹੋਇਆ, ਉਹਦੇ 'ਚ ਉਹਨੇ ਕਿਹਾ ਸੀ, ਉਹਨੂੰ ਪੁੱਛਿਆ ਇਹ ਸਵਾਲ ਕਿ ਜੀ ਤੁਸੀਂ ਪੰਜਾਬ ਚੋਣਾਂ ਕਿਉਂ ਨਹੀਂ ਕਰਵਾਈਆਂ 84 ਤੋਂ ਬਾਅਦ, ਇੰਨੀ ਸਾਲ ਪ੍ਰੈਜ਼ੀਡੈਂਟ ਰੂਲ ਰਿਹਾ। ਉਹਨੇ ਕਿਹਾ ਜੀ ਸਾਡੇ ਕੋਲ ਇਹ ਪੁਖਤਾ ਜਾਣਕਾਰੀ ਸੀ ਕਿ ਪੰਜਾਬ 'ਚ ਜੋ ਸੀ ਕਰੰਟ, ਉਹ ਤਾਂ ਜਿਹੜੀਆਂ ਧਿਰਾਂ ਨੇ ਪਾਵਰ 'ਚ ਆਉਣਾ ਸੀ ਉਹਨਾਂ ਨੇ ਆਟੋਨਮੀ ਡਿਕਲੇਅਰ ਕਰ ਦੇਣੀ ਸੀ, ਯਾਨੀ ਖਾਲਿਸਤਾਨ ਐਲਾਨ ਦੇਣਾ ਸੀ। ਸੋ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਤੁਹਾਨੂੰ ਕਦੇ ਵੀ ਉਸ ਪਲੇਟਫਾਰਮ ਤੱਕ ਜਾਣ ਨਹੀਂ ਦੇਣਾ ਹੈ। ਹੁਣ ਵੀ ਕਈਆਂ ਦਾ ਸੀ ਜੀ ਅੰਮ੍ਰਿਤਪਾਲ ਦੇ ਪੇਪਰ ਕਿਵੇਂ ਮਨਜ਼ੂਰ ਹੋ ਗਏ, ਬਾਕੀਆਂ ਦਾ, ਮੈਂ ਕਿਹਾ ਜੀ ਹੁਣ ਅਸੀਂ ਵੀ ਉਹੀ ਗੱਲਾਂ ਕਰਦੇ ਹਾਂ ਵੀ ਨਾ ਮਨਜ਼ੂਰ ਹੁੰਦੇ ਫਿਰ ਅਸੀਂ ਕੀ ਕਰ ਲੈਂਦੇ, ਹੋ ਗਏ ਫਿਰ ਅਸੀਂ ਕੀ ਕਰ ਲਿਆ। ਸੋ ਇਸ ਸਾਰੇ ਦੇ ਥੱਲੇ ਸੋ ਅਸੀਂ ਸਮਝਦੇ ਹਾਂ ਵੀ ਜੇ ਤਾਂ 1984 ਤੋਂ ਬਾਅਦ ਐਜ਼ ਏ ਪੋਲੀਟੀਕਲ ਸਟ੍ਰੈਟਜੀ ਜੀ ਇਹ ਡਿਸੀਜਨ ਜੁਝਾਰੂ ਧਿਰਾਂ ਨੇ ਲਿਆ ਹੁੰਦਾ ਵੀ ਅਸੀਂ ਤਾਂ ਇਸ ਤੋਂ ਦੂਰ ਰਹਿਣਾ, ਪਰ ਅਸੀਂ ਇੱਕ ਨੈਟਵਰਕ ਆਪਣਾ ਪੋਲੀਟੀਕਲ ਧਿਰ ਦੇਣੀ ਹੈ ਜਿਹੜੀ ਵਿਦਨ ਦਾ ਸਿਸਟਮ ਲੜੇਗੀ। ਉਹ ਅਸੀਂ ਉਹਦੇ 'ਚ ਇੰਟਰਫੀਅਰ ਨਹੀਂ ਕਰਾਂਗੇ, ਉਹਨਾਂ ਨੂੰ ਅਸੀਂ ਵਿਦਨ, ਉਹ ਇੱਕ ਅੰਡਰਸਟੈਂਡੇਬਲ ਸਟ੍ਰੈਟਜੀ ਸੀ। ਜਦੋਂ ਕਈ ਵਾਰੀ ਹੁੰਦਾ ਜੀ 91 'ਚ ਕਿਉਂ ਬਾਈਕਾਟ ਕੀਤਾ, 92 'ਚ ਕਿਉਂ, 99 'ਚ ਵੀ ਜਦੋਂ ਅਸੀਂ ਕਹਿੰਦੇ ਹਾਂ ਜੀ 9 ਸਾਡੇ MP ਬਣੇ 2-2 3-3 ਲੱਖ ਵੋਟਾਂ ਦੇ ਫਰਕ ਨਾਲ, ਉਦੋਂ ਵੀ ਤੁਸੀਂ ਜੁਝਾਰੂ ਜਥੇਬੰਦੀਆਂ ਜਾਂ ਪੰਥਕ ਕਮੇਟੀ ਦੇ ਬਿਆਨ ਕੱਢ ਕੇ ਦੇਖ ਲਓ, ਕਾਲ ਬਾਈਕਾਟ ਦੀ ਸੀ, ਸਿਰਫ ਉਹਨਾਂ ਨੇ ਇੰਪਲੀਮੈਂਟ ਨਹੀਂ ਸੀ ਕੀਤਾ। ਸੋ ਉਹ 85 ਦੀਆਂ ਚੋਣਾਂ ਹੋਣ ਜਦੋਂ ਬਰਨਾਲਾ ਬਣਦਾ, 99 ਦੀਆਂ ਪਾਰਲੀਮੈਂਟ ਚੋਣਾਂ ਹੋਣ, 91 ਦੀਆਂ ਜਿਹੜੀ 32 ਘੰਟੇ ਪਹਿਲਾਂ ਪੋਸਟਪੋਨ ਕੀਤੀਆਂ ਗਈਆਂ, ਜਾਂ 92 ਦੀਆਂ ਜਿਹੜੀਆਂ ਮੁਕੰਮਲ ਬਾਈਕਾਟ ਹੋਇਆ ਔਰ ਬੁੱਚੜ ਬੇਅੰਤਾ ਪਾਵਰ ਦੇ ਵਿੱਚ ਆਇਆ। ਸੋ ਮੈਂ ਸਮਝਦਾ ਵੀ ਜੇ ਇਸ ਦੇ ਉੱਤੇ ਕਿਸੇ ਦੀ ਕੋਈ ਹੋਰ ਸੋਚ ਹੈ ਤੇ ਉਹਨੂੰ ਮੁਬਾਰਕ ਹੈ, ਪਰ ਅਸੀਂ ਤਾਂ ਇਸ ਧਾਰਨਾ ਦੇ ਨਾਲ ਹੀ ਖੜੇ ਹੈ ਕਿ ਇਸ ਸਿਸਟਮ 'ਚੋਂ ਸਾਡੇ ਲਈ ਕੁਛ ਨਹੀਂ ਨਿਕਲਣਾ ਹੈ। ਫਿਰ ਵੀ ਕਿਉਂਕਿ ਲੋਕਲ ਜਿਹੜੇ ਲੋਕਾਂ ਦੇ ਟਾਈਮ ਟੂ ਟਾਈਮ ਡਿਸੀਜਨ ਹੁੰਦੇ ਨੇ, ਅਸੀਂ ਉਸ ਦਾ ਉਹਨੂੰ ਸਤਿਕਾਰ ਦਿੰਦੇ ਹਾਂ, ਰਿਸਪੈਕਟ ਕਰਦੇ ਹਾਂ, ਪਰ ਅਸੀਂ ਸਮਝਦੇ ਹਾਂ ਕਿ ਭਾਈ ਇਸ ਸਿਸਟਮ ਤੋਂ ਕੁਛ ਵੀ ਨਹੀਂ ਨਿਕਲਣਾ ਹੈ। ਤੁਸੀਂ ਸਾਰੀਆਂ ਸਿਆਸੀ ਧਿਰਾਂ ਦਾ ਹਾਲ ਦੇਖ ਲਓ, ਪੋਲੀਟੀਕਲ ਪਾਰਟੀਆਂ, ਜਦੋਂ ਸਿੱਖਾਂ ਦਾ ਮੁੱਦਾ ਆਉਂਦਾ, ਔਰ ਇਸ ਸਾਰੇ ਪੀਰੀਅਡ 'ਚ ਨਾ 40 ਸਾਲਾਂ 'ਚ ਕੋਈ ਧਿਰ ਦਿੱਲੀ 'ਚ ਔਰ ਪੰਜਾਬ 'ਚ ਕੋਈ ਪੰਜਾਬ ਦੇ ਇਸ਼ੂ ਦੀ ਤੁਹਾਨੂੰ ਗੱਲ ਕਰਦੀ ਨਜ਼ਰ ਆ ਰਹੀ ਹੋਏ, ਕਦੇ ਕਿਸੇ ਨੂੰ ਲੱਗਾ ਹੋਏ ਕਿ ਜੀ ਪੰਜਾਬ ਦੇ ਨਾਲ ਬਹੁਤ ਧੱਕਾ ਹੋਇਆ ਹੈ ਔਰ ਇਹਨਾਂ ਨੂੰ ਤੁਸੀਂ ਕੋਈ ਨਾ ਕੋਈ ਜਿਹੜਾ ਉਹ ਪੈਕੇਜ, ਕੋਈ ਰਿਲੀਫ, ਕੋਈ ਨਾ, ਨਾਟ ਐਟ ਆਲ। ਹਾਲਾਂਕਿ ਉਹਦੇ ਨਾਲ ਕੋਈ ਸਾਡੀ ਤਸੱਲੀ ਹੋਣ ਵਾਲੀ ਨਹੀਂ ਹੈ, ਪਰ ਮੈਂ ਤਾਂ ਈਵਨ ਜਿਹਨੂੰ ਤੁਸੀਂ ਕਾਸਮੈਟਿਕ ਸਰਜਰੀ ਕਹਿੰਦੇ ਹੋ ਕਿ ਵੀ ਕੋਈ ਕਾਸਮੈਟਿਕ ਲੈਵਲ ਦੇ ਉੱਤੇ ਹੀ ਤੁਹਾਨੂੰ ਸ਼ਿੰਗਾਰਨ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਉਹ ਤਾਂ ਤੁਹਾਡੇ ਲਈ, ਉਹ ਤਾਂ ਉਹ ਆ ਕੇ ਕਹਿ ਰਿਹਾ ਹੋਮ ਮਿਨਿਸਟਰ ਕਿ ਜੀ ਇਹਨੂੰ ਤੁਸੀਂ ਬਣਾ ਕੇ ਇਹਨੂੰ ਰਵਨੀਤ ਬਿੱਟੂ ਨੂੰ ਭੇਜੋ ਦਿੱਲੀ, ਮੈਂ ਇਹਨੂੰ ਬੜਾ ਆਦਮੀ ਬਣਾ ਕੇ ਭੇਜਾਂਗਾ। ਹੁਣ ਬੜਾ ਆਦਮੀ ਬਣਾਉਣ ਦਾ ਕੀ ਮਤਲਬ ਹੈ ਕਿ ਅਗਲੀ ਜਿਹੜੀ ਹੈ ਜੈਨੋਸਾਈਡ ਦੀ ਤਿਆਰੀ। ਸੋ ਉਹਨਾਂ ਦੇ ਲਈ ਕੋਈ ਫਰਕ ਨਹੀਂ ਪੈਂਦਾ। 1999 'ਚ ਵੀ ਉਹਨਾਂ ਨੇ ਈਵਨ ਇਲੈਕਟਿਡ ਜਿਹੜਾ ਮੈਂਬਰ ਪਾਰਲੀਮੈਂਟ ਜਗਦੇਵ ਸਿੰਘ ਖੁੱਡੀਆਂ ਜੀ, ਉਹਦਾ ਮਰਡਰ ਕੀਤਾ, ਉਹਨੂੰ ਹਾਲਾਂਕਿ ਸੁਸਾਈਡ ਬਣਾਇਆ ਸੀ, ਪਤਾ ਹੀ ਨਹੀਂ, ਕਿਉਂਕਿ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਇੱਕ ਦਿਨ ਪਹਿਲਾਂ
ਅਮਰੀਕਾ ਦੇ ਇੱਕ ਸਿੱਖ ਆਗੂ ਨਾਲ ਹੋਈ, ਜਿਨ੍ਹਾਂ ਨੇ ਗੱਲ ਮੈਨੂੰ ਖੁਦ ਦੱਸੀ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਦਾ ਮਤਾ ਲਿਆਉਣਾ ਔਰ 2 ਦਿਨ ਬਾਅਦ ਉਹਦੀ ਲਾਸ਼ ਮਿਲੀ ਕਿ ਜੀ ਉਹ ਬਹੁਤ ਪਰੇਸ਼ਾਨ। ਹੁਣ ਇਲੈਕਸ਼ਨ ਜਿੱਤੀ ਹੋਏ ਤੇ ਕੋਈ ਸੁਸਾਈਡ ਕਰੇ, ਉਸ ਲੈਵਲ ਦਾ ਬੰਦਾ ਜਿਹੜਾ ਗ੍ਰਾਸ ਰੂਟ ਲੈਵਲ ਤੇ ਇਮਾਨਦਾਰ ਅਕਾਲੀ ਔਰ ਇਮਾਨਦਾਰ ਸਿੱਖ ਸੀ, ਔਰ ਤੁਸੀਂ ਇਹ ਜਿਹਨੂੰ ਤੁਸੀਂ ਟ੍ਰੈਜਡੀ ਦੇਖੋ ਸਮੇਂ ਦੀ ਔਰ ਅੱਜ ਉਹਦਾ ਹੀ ਮੁੰਡਾ ਜਿਹੜਾ ਜਗਮੀਤ ਖੁੱਡੀਆਂ ਦਾ, ਉਹਨੂੰ ਜਿਹੜਾ ਸ਼ਾਇਦ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਹੋਇਆ, ਕਿੱਥੋਂ, ਬਠਿੰਡੇ ਤੋਂ ਜੀ। ਹਾਂ, ਸੋ ਮਤਲਬ ਇਹ ਹੈ ਵੀ ਦਿੱਲੀ ਵਾਲੇ ਤਾਂ ਉਹ ਇੱਕ ਦੇ ਖਿਲਾਫ ਦੂਜੇ ਨੂੰ ਘੁਮਾਉਣ ਦੀ ਲਾਈਨ ਹੈ, ਨਿਕਲਣਾ ਲਕਾਣਾ ਕੁਛ ਨਹੀਂ ਹੈ। ਸੋ ਸਾਡੀ ਜਿਹੜੀ ਹੈ ਇਸ ਦੇ ਉੱਤੇ ਟੇਕ ਬਿਲਕੁਲ ਕਲੀਅਰ ਹੈ ਕਿ ਵੀ ਭਾਰਤੀ ਇਲੈਕਟਰਲ ਸਿਸਟਮ ਦੇ ਇਲੈਕਸ਼ਨ ਸਿਸਟਮ 'ਚੋਂ ਖਾਲਿਸਤਾਨ ਦੀ ਪ੍ਰਾਪਤੀ ਦਾ ਕੋਈ ਵੀ ਜਿਹੜਾ ਕੁਛ ਨਹੀਂ ਨਿਕਲ ਸਕਦਾ। ਹਾਂ, ਜੇ ਇਸ ਨੂੰ ਕੋਈ ਐਜ਼ ਏ ਪਲੇਟਫਾਰਮ ਇਸਤੇਮਾਲ ਕਰਨਾ ਚਾਹੁੰਦਾ ਆਪਣੀ ਗੱਲ ਕਹਿਣ ਦੇ ਲਈ ਜਾਂ ਕੌਮ ਦੀ ਗੱਲ ਕਰਨ ਦੇ ਲਈ, ਉਹ ਠੀਕ ਹੈ, ਉਹਨਾਂ ਕੁ ਰਾਹ ਗੁਜ਼ਰ ਹੁੰਦਾ ਰਹੇਗਾ। ਜੀ ਡਾਕਟਰ ਸਾਹਿਬ, ਇਸੇ ਦੇ ਨਾਲ ਜਾਂਦੇ ਜਾਂਦੇ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟਸ ਆਏ ਆ ਉਹ ਲੈ ਲਈਏ। ਸਾਰੇ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ, ਖਾਲਿਸਤਾਨ ਜ਼ਿੰਦਾਬਾਦ। ਧਰਮ ਸਿੰਘ ਫਤਿਹ ਬੁਲਾਉਂਦੇ ਆ। ਜਸਬੀਰ ਸਿੰਘ, ਹਰਮਨ ਪੰਨੂ, ਖਾਲਿਸਤਾਨ ਹੀ ਹੱਲ ਹੈ। ਪਾਲ ਸਿੰਘ ਗਰੇਵਾਲ ਫਤਿਹ ਬੁਲਾਉਂਦੇ ਆ। ਜਸਵੀਰ ਬਰਾੜ, ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪਰਮਜੀਤ ਸਿੰਘ ਸੂਰਮਾ, TV 84 ਦੇ ਸਮੁੱਚੇ ਪਰਿਵਾਰ ਵਾਲਿਓ, ਸਤਿ ਸ੍ਰੀ ਅਕਾਲ ਜੀ। ਫਤਿਹ ਪ੍ਰਵਾਨ ਕਰੋ, ਖਾਲਿਸਤਾਨ ਜ਼ਿੰਦਾਬਾਦ। ਕਮਾਂਡੋ ਫੋਰਸ ਜਸਕੀਰਤ ਸਿੰਘ ਫਤਿਹ ਬੁਲਾਉਂਦੇ ਆ। ਕੁਲਦੀਪ ਕੌਰ, ਪੰਜਾਬ ਹੱਲ, ਖਾਲਿਸਤਾਨ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ। ਡਾਕਟਰ ਸਾਹਿਬ ਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ, ਚੜ੍ਹਦੇ ਪੰਜਾਬ ਤੋਂ। ਬਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਕਹਿੰਦੇ ਆ। ਪੰਜਾਬ ਤੇ ਪੰਜਾਬੀਆਂ ਦੇ ਹਰ ਮਸਲੇ ਦਾ ਹੱਲ ਆਜ਼ਾਦੀ ਹੈ, ਖਾਲਿਸਤਾਨ ਜ਼ਿੰਦਾਬਾਦ। ਮਿਸ਼ਰਾ ਸਿੰਘ, ਖਾਲਿਸਤਾਨ ਜ਼ਿੰਦਾਬਾਦ। ਬਲਵਿੰਦਰ ਸਿੰਘ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਪ੍ਰਭਜਿੰਦਰ ਕੌਰ ਫਤਿਹ ਬੁਲਾਉਂਦੇ ਆ। ਪ੍ਰਭ ਕੌਰ, ਯਮੁਨਾ ਨਗਰ, ਹਰਿਆਣਾ, ਇੰਡੀਆ, ਉਹਨਾਂ ਨੇ ਲਿਖਿਆ ਹੈ, ਬਲੀਵ ਉੱਥੋਂ ਦੇਖ ਰਹੇ ਆ। ਬਹੁਤ ਵੈਲਕਮ, ਤੁਸੀਂ ਰੈਗੂਲਰਲੀ ਦੇਖਦੇ ਹੋ, ਬਹੁਤ ਬਹੁਤ ਸ਼ੁਕਰੀਆ। ਫਿਰ ਬੰਟੀ ਸੰਧੂ ਲਿਖਦੇ ਆ ਹਿੰਦੀ ਦੇ ਵਿੱਚ, यहाँ बोलने की आज़ादी है इसलिए खालिस्तान के नारे लगाते हो, वो भी बाहर बैठकर, शर्म करो, वाहिगुरु जी की वाणी जो जोड़ने वाली है और तुम। फिर अगे लिख दिया 7% तो पंजाब का हिस्सा पाकिस्तान में है, वहाँ नहीं बोला जाता, वहाँ से तो भाग आए। जिस धरती को महाराज ने परिवार का बलिदान दे संजोया, तुम उसमें जहर क्यों घोल रहे हो। ਇਹ ਬੰਟੀ ਸੰਧੂ ਜੀ ਲਿਖਦੇ ਆ ਤੇ ਖੁਸ਼ ਕੇ ਉਹ ਕਰਦੇ ਆ, ਦਿਸ ਇੰਡੀਅਨ ਸੈਂਟਰਲ ਗਵਰਨਮੈਂਟ ਸ਼ੁੱਡ ਜਸਟ ਲੈਟ ਪੰਜਾਬ ਅਲੋਨ। ਆਈ ਡੋਂਟ ਅੰਡਰਸਟੈਂਡ ਵਾਈ ਸਿੰਗਰਸ ਔਰ ਐਕਟਰਸ ਆਰ and actresses go in politics. If ਭਾਈ ਅਮਰਿਤਪਾਲ ਸਿੰਘ wins, we better not be celebrating. ਹਾਂ, ਬਿਲਕੁਲ ਭੈਣ ਜੀ ਨੇ ਠੀਕ ਕਿਹਾ। ਔਰ ਇਹ ਜਿਹੜੇ ਬੰਟੀ ਸੰਧੂ ਸਾਹਿਬ, ਜਾਲੀ ਸੰਧੂ ਸਾਹਿਬ ਨੇ, ਇਹਨਾਂ ਨੂੰ ਦੇਵਨਾਗਰੀ ਤਾਂ ਬਹੁਤ ਸੋਹਣੀ ਲਿਖੀ ਹੋਈ ਹੈ ਇਹਨਾਂ ਨੇ। ਇਹ ਸਾਰੇ ਇਸ ਕਿਸਮ ਦੇ ਹੀ ਸੰਧੂ ਬਣੇ ਹੋਏ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਦੇ ਨਾਲ ਅਸੀਂ ਹਿੱਸਾ ਵੰਡਾ ਲਿਆ ਸੀ 47 'ਚ। 29 ਜ਼ਿਲ੍ਹਿਆਂ 'ਚੋਂ 13 ਜ਼ਿਲ੍ਹੇ ਅਸੀਂ ਲਏ ਹੋਏ ਨੇ। ਹੁਣ ਅਸੀਂ ਤੁਹਾਡੇ ਨਾਲ ਹੀ ਹਿਸਾਬ ਕਰਨਾ ਹੈ। ਪਾਕਿਸਤਾਨ ਨਾਲ ਅਸੀਂ ਬ੍ਰਦਰਲੀ ਰਿਲੇਸ਼ਨਸ਼ਿਪ, ਖੁੱਲ੍ਹਾ ਬਾਰਡਰ ਜਿਵੇਂ ਅਮਰੀਕਾ ਕੈਨੇਡਾ ਦਾ, ਉਵੇਂ ਹੀ ਹੋਣਾ ਹੈ। ਸੋ ਤੁਸੀਂ ਆਪਣਾ ਫਿਕਰ ਕਰੋ, ਪਾਕਿਸਤਾਨ ਦਾ ਫਿਕਰ ਛੱਡੋ। ਤੇ ਬਾਲੀ ਅਕਸਰ ਦੀ ID ਤੋਂ ਬੰਟੀ ਜੀ, ਤੁਹਾਨੂੰ ਸੰਤ ਜਰਨੈਲ ਸਿੰਘ ਜੀਆਂ ਦੀਆਂ ਸਪੀਚਾਂ ਸੁਣਨ ਦੀ ਲੋੜ ਆ। ਤੁਸੀਂ ਭੁਲੇਖੇ ਵਿੱਚ ਜੇ ਜੀ ਰਹੇ ਹੋ। ਜੇ ਤੁਸੀਂ ਅਜਿਹੀ ਸਰਕਾਰ ਦੇ ਹੱਥ ਨਹੀਂ ਚੜ੍ਹੇ, ਤੁਸੀਂ ਗੁਲਾਮੀ ਵਿੱਚ ਰਹਿ ਕੇ ਖੁਸ਼ ਲੱਗ ਰਹੇ ਹੋ। ਬਾਕੀ ਕਰਚਾ ਸਿੰਘ ਤੇ ਰਾਜਿੰਦਰ ਸਿੰਘ ਫਤਿਹ ਬੁਲਾਉਂਦੇ ਆ। ਉਸ ਕਿਸਮ ਦਾ ਹੀ ਪਾਰਟ ਹੈ ਮੇਰਾ ਖਿਆਲ ਹੈ। ਠੀਕ ਹੈ, ਹਾਂਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਭਾਰਤ ਦੇ ਵਿੱਚ ਜਿਹੜੀ ਚੋਣ ਪ੍ਰੋਸੈਸ ਆ ਉਹਦੇ ਆਲਮੋਸਟ ਮੁਕੰਮਲ ਹੋਣ ਦੇ ਉੱਤੇ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੋਂ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਡਾਕਟਰ ਸਾਹਿਬ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।